ਇਕ ਓੰਕਾਰ ਸਤਿਗੁਰ ਪ੍ਰਸਾਦ। ਆਦਿ ਸਚ ਜੁਗਾਦ ਸਚ, ਹੈ ਵੀ ਸਚ, ਨਾਨਕ ਹੋਸੀ ਵੀ ਸਚ। ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ, ਇੱਕ ਸੱਚ ਹਮੇਸ਼ਾ ਤੋਂ ਹੈ ਅਤੇ ਉਸ ਨੂੰ ਪਾਉਣ ਦੀ ਲਾਲਸਾ ਪਰਮਾਰਥ ਦੇ ਮਾਰਗ ਤੇ ਚੱਲਣ ਵਾਲਿਆਂ ਦੇ ਮਨ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ। ਐਸਾ ਸੱਚ ਜੋ ਸਾਰੀ ਸ੍ਰਿਸ਼ਟੀ ਤੋਂ ਪਹਿਲਾਂ ਵੀ ਸੀ ਤੇ ਜਦੋਂ ਇਹ ਸ੍ਰਿਸ਼ਟੀ ਸਾਰੀ ਖਤਮ ਹੋ ਜਾਵੇਗੀ ਤੇ ਉਸ ਤੋਂ ਬਾਅਦ ਵੀ ਹੋਵੇਗਾ। ਪਰਮਾਰਥ ਦੇ ਰਸਤੇ ਤੇ ਚੱਲਣ ਵਾਲੇ ਲੋਕ ਇਸ ਸੱਚ ਦੀ ਖੋਜ ਹਮੇਸ਼ਾ ਹੀ ਕਰਦੇ ਰਹਿੰਦੇ ਹਨ। ਹਜ਼ੂਰ ਨਾਭ ਕਮਲ ਰਾਜਾ ਸਾਹਿਬ ਜੀ ਦੇ ਗੁਰੂ ਬਾਬਾ ਜਵਾਹਰ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਗੁਰੂ ਹੋਏ ਹਨ, ਲਾਲਾ ਹਮੀਰ ਚੰਦ ਜੀ ਦੀ ਗੱਲ ਅਸੀਂ ਅੱਜ ਸਾਂਝੀ ਕਰਾਂਗੇ, ਜੋ ਲਾਲਾ ਬਲੀ ਜੀ ਕਰਕੇ ਮਸ਼ਹੂਰ ਹਨ। ਲਾਲਾ ਜੀ ਦਾ ਜਨਮ ਖੱਤਰੀ ਪਰਿਵਾਰ ਵਿੱਚ ਅੰਮ੍ਰਿਤਸਰ ਦੇ ਪਿੰਡ ਫਤਿਆਬਾਦ ਵਿੱਚ ਹੋਇਆ ਦੱਸਦੇ ਹਨ। ਇਹਨਾਂ ਨੇ 10ਵੀਂ ਦਾ ਇਮਤਿਹਾਨ ਦੇਣਾ ਸੀ ਅਤੇ ਜਿਸ ਸਕੂਲ ਵਿੱਚ ਇਹ ਪੜ੍ਹਦੇ ਸਨ, ਉਸ ਸਕੂਲ ਦੇ ਰਸਤੇ ਵਿੱਚ ਇੱਕ ਬਹੁਤ ਹੀ ਉੱਚ ਕੋਟੀ ਦੇ ਫਕੀਰ ਦੀ ਕੁਟੀਆ ਸੀ, ਜੋ ਕਿ ਤ੍ਰਿਕਾਲਦਰਸ਼ੀ ਮਹਾਂਪੁਰਸ਼ ਸੀ। ਵਿਦਿਆਰਥੀਆਂ ਨੇ ਸੋਚਿਆ ਕਿ ਚਲੋ ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਉਸ ਫਕੀਰ ਕੋਲੇ ਚੱਲਦੇ ਹਾਂ ਤੇ ਇਹ ਜਾਣਨ ਲਈ ਗੱਲ ਕਰਦੇ ਹਾਂ ਕਿ ਸਾਡੇ ਵਿੱਚੋਂ ਕੌਣ ਕੌਣ ਬੱਚਾ ਪਾਸ ਹੋ ਜਾਵੇਗਾ। ਤੇ ਲਾਲਾ ਜੀ ਵੀ ਵਿਦਿਆਰਥੀਆਂ ਦੇ ਨਾਲ ਉਸ ਫਕੀਰ ਦੇ ਕੋਲ ਚਲੇ ਗਏ। ਜਦੋਂ ਸਾਰਿਆਂ ਨੇ ਜਾ ਕੇ ਉਸ ਫਕੀਰ ਜੀ ਨੂੰ ਸਲਾਮ ਕੀਤੀ ਤਾਂ ਉਹਨਾਂ ਨੇ ਇੱਕ ਨਜ਼ਰ ਭਰ ਕੇ ਸਾਰੇ ਵਿਦਿਆਰਥੀਆਂ ਵੱਲ ਵੇਖਿਆ ਤਾਂ ਉਹ ਆਖਣ ਲੱਗੇ ਕਿ ਤੁਸੀਂ ਸਾਰੇ ਫੇਲ ਹੋ ਜਾਵੋਗੇ, ਪਰ ਇਹ ਹਮੀਰਾ ਜ਼ਰੂਰ ਪਾਸ ਹੋ ਜਾਵੇਗਾ। ਜਦੋਂ ਇਸ ਤਰ੍ਹਾਂ ਉਹਨਾਂ ਨੇ ਬਚਨ ਕੀਤਾ ਤਾਂ ਸਾਰੇ ਮੁੰਡੇ ਬੜੇ ਉਦਾਸ ਹੋ ਗਏ। ਪਰ ਜਦੋਂ ਨਤੀਜਾ ਆਇਆ ਤਾਂ ਸਾਰੇ ਮੁੰਡੇ 10ਵੀਂ ਦੇ ਇਮਤਿਹਾਨ ਵਿੱਚੋਂ ਪਾਸ ਹੋ ਗਏ ਤੇ ਹਮੀਰ ਚੰਦ ਜੀ ਫੇਲ ਹੋ ਗਏ। ਲਾਲਾ ਜੀ ਦੇ ਮਨ ਵਿੱਚ ਕੁਝ ਹਿਰਖ ਹੋ ਗਿਆ ਕਿ ਫਕੀਰ ਵੀ ਇਸ ਤਰ੍ਹਾਂ ਕਦੀ ਝੂਠ ਬੋਲ ਦਿੰਦੇ ਹਨ, ਤੇ ਉਹ ਮਨ ਵਿੱਚ ਕੁਝ ਹਿਰਖ ਲੈ ਕੇ ਉਸ ਫਕੀਰ ਜੀ ਦੇ ਪਾਸ ਗਏ ਤੇ ਆਖਣ ਲੱਗੇ ਕਿ ਤੁਸੀਂ ਤਾਂ ਖੁਦਾਈ ਬੰਦੇ ਹੋ, ਤੁਸਾਂ ਤਾਂ ਆਖਿਆ ਸੀ ਕਿ ਹਮੀਰਾ ਪਾਸ ਹੋ ਜਾਵੇਗਾ ਤੇ ਬਾਕੀ ਸਾਰੇ ਫੇਲ ਹੋ ਜਾਣਗੇ, ਪਰ ਮੈਂ ਤਾਂ 10ਵੀਂ ਦੇ ਇਮਤਿਹਾਨ ਵਿੱਚੋਂ ਫੇਲ ਹੋ ਗਿਆ ਹਾਂ। ਤਾਂ ਉਹ ਫਕੀਰ ਰਹਿਮਤ ਭਰੀ ਨਜ਼ਰਾਂ ਨਾਲ ਹਮੀਰ ਚੰਦ ਜੀ ਵੱਲ ਦੇਖ ਕੇ ਆਖਣ ਲੱਗੇ ਕਿ ਅਸੀਂ ਤਾਂ ਖੁਦਾਈ ਬੰਦੇ ਹਾਂ ਤੇ ਖੁਦਾ ਦੇ ਘਰ ਦੀ ਹੀ ਗੱਲ ਕਰਦੇ ਹਾਂ। ਇਹ ਪਰਚੇ ਜੋ ਤੁਸੀਂ ਦੁਨਿਆਵੀ ਤੌਰ ਤੇ ਦਿੰਦੇ ਹੋ, ਇਹ ਕਿਸੇ ਕੰਮ ਨਹੀਂ ਆਉਂਦੇ। ਮੈਂ ਤਾਂ ਉਸ ਪਰਚੇ ਨੂੰ ਪਾਸ ਕਰਨ ਦੀ ਗੱਲ ਕੀਤੀ ਸੀ, ਜਿਸ ਨੂੰ ਪਾਸ ਕਰਨ ਤੋਂ ਬਾਅਦ ਹੋਰ ਕੋਈ ਪਰਚਾ ਪਾਸ ਕਰਨ ਦੀ ਲੋੜ ਨਹੀਂ ਪੈਂਦੀ। ਹਮੀਰ ਚੰਦ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਕੁਝ ਸਮਝਿਆ ਨਹੀਂ, ਮੇਰੀ ਮੱਤ ਥੋੜ੍ਹੀ ਨਿਆਣੀ ਹੈ, ਕਿਰਪਾ ਕਰਕੇ ਮੈਨੂੰ ਸਮਝਾਓ। ਤਾਂ ਫਕੀਰ ਜੀ ਆਖਣ ਲੱਗੇ, ਹਮੀਰਿਆ ਤੇਰੀ ਨਾਮ ਰੂਪੀ ਕਮਾਈ ਬਹੁਤ ਹੋ ਚੁੱਕੀ ਹੈ, ਜੇ ਤੂੰ ਇਸ ਜਨਮ ਵਿੱਚ ਮਿਹਨਤ ਕਰੇਗਾ ਤਾਂ ਤੈਨੂੰ ਤੇਰੀ ਚੀਜ਼ ਹਾਸਿਲ ਹੋ ਜਾਵੇਗੀ ਤੇ ਦੂਸਰਿਆਂ ਨੂੰ ਤਾਰਨ ਵਾਲਾ ਬਣ ਜਾਵੇਗਾ।
ਫਿਲੌਰ ਦਰਿਆ ਤੋਂ ਚੜ੍ਹਦੇ ਵੱਲ ਦੇ ਪਾਸੇ ਨੂੰ ਸਾਈਂ ਝੰਡੀ ਵਾਲੇ ਦਾ ਅਸਥਾਨ ਹੈ। ਬੜੀ ਹੀ ਉੱਚ ਕੋਟੀ ਦੇ ਫਕੀਰ ਹੋਏ ਹਨ, ਉਹਨਾਂ ਕੋਲ ਤੇਰੀ ਮਿਸਲ ਹੈ। ਜੇ ਉੱਥੇ ਜਾ ਕੇ ਸੇਵਾ ਕਰੇਗਾ, ਭਗਤੀ ਕਰੇਗਾ ਤਾਂ ਜ਼ਰੂਰ ਕਾਮਯਾਬ ਹੋ ਜਾਵੇਗਾ। ਜਦੋਂ ਇੰਨੀ ਗੱਲ ਹਮੀਰ ਚੰਦ ਜੀ ਨੇ ਸੁਣੀ ਤਾਂ ਦਿਲ ਵਿੱਚ ਐਸੀ ਸੱਟ ਵੱਜੀ ਕਿ ਸਾਰਾ ਘਰ-ਬਾਰ ਤਿਆਗ ਕੇ ਉਸ ਸਥਾਨ ਨੂੰ ਲੱਭਦੇ ਹੋਏ ਘੜਿਆਣੇ ਆਣ ਪੁੱਜੇ। ਜਦੋਂ ਅਸਥਾਨ ਭਾਲਿਆ ਤੇ ਅਸਥਾਨ ਦੇ ਆਸ-ਪਾਸ ਕੁਝ ਵੀ ਨਹੀਂ ਸੀ, ਖਾਲੀ ਬਿਆਬਾਨ ਮੰਡ ਸੀ। ਪਰ ਜਦੋਂ ਦਰਿਆ ਵੱਲ ਨਿਗਾਹ ਮਾਰੀ ਤਾਂ ਦਰਿਆ ਸਾਈਂ ਜੀ ਦੇ ਹੁਕਮ ਵੱਲ ਚੱਲਦਾ ਸੀ। ਮਨ ਵਿੱਚ ਕੁਝ ਭਰੋਸਾ ਵੱਜ ਗਿਆ। ਪਿੰਡ ਘੜਿਆਣੇ ਵਿੱਚ ਜ਼ਿਆਦਾਤਰ ਘਰ ਗੁੱਜਰਾਂ ਦੇ ਹੀ ਸਨ, 2 ਘਰ ਲੁਹਾਰਾਂ ਦੇ ਸਨ। ਸਾਈਂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਰਹਿੰਦੀਆਂ ਸਨ। ਸਵੇਰੇ ਜਦੋਂ ਸਾਈਂ ਜੀ ਦੇ ਦਰਬਾਰ ਵਿੱਚ ਸਲਾਮ ਕਰਨ ਵਾਸਤੇ ਕੁਝ ਸੰਗਤਾਂ ਆਈਆਂ ਤਾਂ ਉਹਨਾਂ ਨੇ ਹਮੀਰ ਚੰਦ ਜੀ ਨੂੰ ਬੈਠਿਆਂ ਵੇਖਿਆ ਤਾਂ ਉਹਨਾਂ ਨੇ ਸੋਚਿਆ ਕਿ ਕਿਤੇ ਦੂਰੋਂ ਆਏ ਹੋਣਗੇ, ਤੇ ਉਹਨਾਂ ਨੇ ਪੁੱਛਿਆ ਕਿ ਕਿਸੇ ਚੀਜ਼ ਦੀ ਇੱਛਾ ਹੋਵੇ ਤਾਂ ਹੁਕਮ ਕਰੋ। ਤਾਂ ਲਾਲਾ ਜੀ ਆਖਿਆ, ਗੁਰਮੁਖਾਂ ਪ੍ਰਸ਼ਾਦਾ ਦਾ ਅਸਾਂ ਛਕਣਾ ਹੈ। ਇਸ ਤਰ੍ਹਾਂ ਕੁਝ ਚਿਰ ਲਾਲਾ ਜੀ ਤਰਖਾਣਾ ਦੇ ਘਰੋਂ ਪ੍ਰਸ਼ਾਦਾ ਛਕਦੇ ਰਹੇ। ਪਰ ਫਿਰ ਸੋਚਿਆ ਕਿ ਪ੍ਰਸ਼ਾਦਾ ਕੰਮ ਕਰਕੇ ਹੀ ਖਾਣਾ ਚਾਹੀਦਾ ਹੈ। ਸਾਈਂ ਜੀ ਦੇ ਕੋਲ ਸੇਵਾ ਕਰਨ ਕਰਕੇ ਆਉਣ ਜਾਣ ਵਾਲੀਆਂ ਸੰਗਤਾਂ ਨਾਲ ਵਾਕਫੀਅਤ ਹੋ ਗਈ। ਵਾਕਫੀਅਤ ਦੇ ਹੋਣ ਕਰਕੇ ਮੋਹਰੋਂ ਵਾਲੇ ਸਰਦਾਰਾਂ ਦੇ ਘਰ ਮੁੰਸ਼ੀ ਦਾ ਕੰਮ ਕਰਨ ਲੱਗੇ। ਪਹਿਲਾਂ ਮੋਹਰੋਂ ਵਾਲੇ ਸਰਦਾਰਾਂ ਦੇ ਘਰ ਕਚਹਿਰੀ ਲੱਗਦੀ ਸੀ। ਦਿਨ ਵੇਲੇ ਮੁੰਸ਼ੀਆਨੇ ਦਾ ਕੰਮ ਕਰਨਾ, ਰਾਤ ਨੂੰ ਸਾਰੀ ਰਾਤ ਸਾਈਂ ਜੀ ਦੀ ਭਗਤੀ ਵਿੱਚ ਲੰਘਾ ਦੇਣੀ। ਇਸ ਤਰ੍ਹਾਂ ਕਈ ਸਾਲ ਬੀਤ ਗਏ। ਇੱਕ ਦਿਨ ਲੁਧਿਆਣੇ ਤੋਂ ਕੋਈ ਕਾਗਜ਼ ਲੈ ਕੇ ਆਏ ਤਾਂ ਬੇੜੀ ਵਾਲੇ ਨੂੰ ਬੇੜੀ ਲੈ ਕੇ ਜਾ ਚੁੱਕੇ ਸਨ। ਲਾਲਾ ਜੀ ਨੇ ਸੋਚਿਆ ਕਿ ਬੇੜੀ ਵਾਲੇ ਤਾਂ ਜਾ ਚੁੱਕੇ ਹਨ, ਹੁਣ ਮੈਂ ਦਰਿਆ ਪਾਰ ਕਰਕੇ ਕਿਵੇਂ ਜਾਵਾਂਗਾ। ਤੇ ਅੱਜ ਸਾਈਂ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰਨੀ ਮੁਸ਼ਕਿਲ ਹੋ ਜਾਵੇਗੀ। ਇੰਨਾ ਕੁਝ ਸੋਚ ਰਹੇ ਸਨ ਕਿ ਉਹਨਾਂ ਨੂੰ ਦਰਿਆ ਦੇ ਵਿੱਚ ਪਾਣੀ ਦੇ ਉੱਪਰ ਇੱਕ ਨੀਲੀ ਸ਼ੈ ਦਾ ਚਮਕਾਰਾ ਦਿਖਿਆ। ਲਾਲਾ ਜੀ ਨੂੰ ਲੱਗਿਆ ਕਿ ਪਾਣੀ ਉੱਪਰ ਕੋਈ ਚੱਲਦਾ ਜਾ ਰਿਹਾ ਹੈ। ਲਾਲਾ ਜੀ ਨੇ ਸੋਚਿਆ ਕਿ ਸ਼ਾਇਦ ਜਿਸ ਪੀਰ ਨੂੰ ਲੱਭਦੇ ਨੂੰ ਇਤਨੇ ਸਾਲ ਹੋ ਗਏ ਹਨ, ਲੱਗਦਾ ਹੈ ਕਿ ਉਹ ਹੀ ਜਾ ਰਿਹਾ ਹੈ। ਲਾਲਾ ਜੀ ਵੀ ਪਿੱਛੇ ਤੁਰ ਪਏ। ਅੱਗੋਂ ਆਵਾਜ਼ ਆਈ, ਹਮੀਰਿਆ ਮੁੜ ਜਾ, ਨਹੀਂ ਤਾਂ ਡੁੱਬ ਜਾਵੇਗਾ। ਹਮੀਰ ਚੰਦ ਜੀ ਨੇ ਆਖਿਆ, ਡੁੱਬਣਾ ਲਿਖਿਆ ਹੋਵੇਗਾ ਤਾਂ ਡੁੱਬ ਜਾਵਾਂਗਾ, ਪਰ ਮੁੜਾਂਗਾ ਨਹੀਂ। ਦੇਖਦੇ ਹੀ ਦੇਖਦੇ ਦਰਿਆ ਪਾਰ ਕਰ ਗਏ ਅਤੇ ਉਹ ਝਲਕ ਅਲੋਪ ਹੋ ਗਈ। ਹੁਣ ਯਕੀਨ ਹੋਰ ਪੱਕਾ ਹੋ ਗਿਆ। ਹੁਣ ਕਦੇ ਸਰਦਾਰਾਂ ਦੇ ਘਰ ਕੰਮ ਕਰਨ ਲਈ ਜਾਂਦੇ, ਕਦੇ ਨਹੀਂ ਜਾਂਦੇ। ਬਸ ਮਨ ਭਗਤੀ ਵਿੱਚ ਹੀ ਖਿੱਚਿਆ ਗਿਆ। ਇੱਕ ਦਿਨ ਸਰਦਾਰ ਆਖਣ ਲੱਗੇ ਕਿ ਲਾਲਾ ਜੀ, ਇੱਕ ਕੰਮ ਹੀ ਹੋਣਾ ਹੈ, ਜਾਂ ਮੁੰਸ਼ੀਆਨਾ ਸਾਂਭ ਲਵੋ ਜਾਂ ਦਰਿਆ ਵਿੱਚ ਖੜੇ ਹੋ ਜਾਵੋ। ਲਾਲਾ ਜੀ ਆਖਣ ਲੱਗੇ, ਦਰਿਆ ਦੀ ਹੀ ਭੇਟ ਹੋਣ ਲਈ ਤਾਂ ਆਇਆ ਹਾਂ,
ਮੁੰਸ਼ੀਆਨਾ ਛੱਡ ਦਿੰਦੇ ਹਾਂ। ਇਸ ਤਰ੍ਹਾਂ ਸਰੀਰ ਸੁੱਕ ਕੇ ਤਵੀਤ ਹੋ ਗਿਆ ਅਤੇ ਲਾਲਾ ਜੀ ਦਿਨ ਰਾਤ ਭਗਤੀ ਵਿੱਚ ਲੱਗੇ ਰਹਿੰਦੇ, ਪਰ ਹਾਲੇ ਉਹ ਚੀਜ਼ ਹਾਸਲ ਨਹੀਂ ਹੋਈ ਜਿਸ ਦੀ ਆਸ ਲੈ ਕੇ ਆਏ ਸਨ। ਸਰੀਰ ਦਿਨ ਬ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ। ਕਾਗਾ ਕਰਮ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਇਓ ਫਿਰ ਦੇਖਣ ਕੀ ਆਸ। ਸਰੀਰ ਹੌਲੀ ਹੌਲੀ ਕਮਜ਼ੋਰ ਹੋ ਗਿਆ। ਇੱਕ ਦਿਨ ਮਨ ਵਿੱਚ ਖਿਆਲ ਆਇਆ, ਹਮੀਰਿਆ ਤੂੰ ਹਿੰਦੂ, ਤੇਰਾ ਪੀਰ ਮੁਸਲਮਾਨ, ਕਿਤੇ ਮੁਸਲਮਾਨ ਹੀ ਬਣ ਜਾਵਾਂ, ਸ਼ਾਇਦ ਖੈਰ ਪਾ ਜਾਵੇ। ਮੁਸਲਮਾਨ ਬਣਨ ਵਾਸਤੇ ਤੁਰ ਪਏ। ਇੰਨੀ ਦੇਰ ਨੂੰ ਇੱਕ ਫਕੀਰ ਸਾਹਮਣੇ ਆਣ ਖੜੇ ਹੋਏ ਅਤੇ ਆਖਣ ਲੱਗੇ ਕਿ ਹਮੀਰਿਆ, ਇੱਥੇ ਹਿੰਦੂ ਮੁਸਲਮਾਨ ਦਾ ਕੋਈ ਰੌਲਾ ਨਹੀਂ ਹੈ। ਡੋਲਣਾ, ਪਰਸੋਂ ਰਾਤ ਨੂੰ ਤੇਰੀ ਚੀਜ਼ ਤੈਨੂੰ ਮਿਲ ਜਾਵੇਗੀ। ਹੁਣ ਫਲ ਪੱਕਣ ਵਾਲਾ ਹੈ ਤੇ ਤੇਰੀ ਝੋਲੀ ਪੈ ਜਾਵੇਗਾ। ਪਰ ਲਾਲਾ ਜੀ ਦਾ ਮਨ ਧੀਰਜ ਨਹੀਂ ਫੜਦਾ। ਜਦੋਂ ਰਾਤ ਨੂੰ ਇਬਾਦਤ ਵਿੱਚ ਖੜੇ ਹੋਏ ਤਾਂ ਇੱਕ ਗੈਬੀ ਆਵਾਜ਼, ਰਹਿਮ ਰਹਿਮ, ਮਿਹਰ ਮਿਹਰ ਆਈ। ਇਸ ਤਰ੍ਹਾਂ ਰੋਸ਼ਨੀ ਹੋਈ ਜਿਵੇਂ ਹਜ਼ਾਰਾਂ ਸੂਰਜ ਇਕੱਠੇ ਹੋ ਗਏ ਹੋਣ। ਆਵਾਜ਼ ਆਈ, ਹਮੀਰਿਆ ਮਾਰ ਛਾਲ। ਹਮੀਰ ਚੰਦ ਜੀ ਨੇ ਦਰਿਆ ਵੱਲ ਝਾਤੀ ਮਾਰੀ ਤਾਂ ਸੱਪ ਹੀ ਸੱਪ ਨਜ਼ਰ ਆਏ। ਲਾਲਾ ਜੀ ਨੇ ਛਾਲ ਮਾਰ ਦਿੱਤੀ। ਜਿਵੇਂ ਹੀ ਛਾਲ ਮਾਰੀ ਸਭ ਪਰਦੇ ਚੁੱਕੇ ਗਏ। ਉਸ ਗਿਆਨ ਤੇ ਖਜ਼ਾਨੇ ਦੀ ਪ੍ਰਾਪਤੀ ਹੋ ਗਈ ਜੋ ਕਦੀ ਖਤਮ ਨਹੀਂ ਹੁੰਦਾ। ਸ਼ਾਹਾਂ ਦੇ ਸ਼ਾਹ ਬਣ ਗਏ। ਇਤਨੀ ਘੋਰ ਤਪੱਸਿਆ ਕੀਤੀ ਜਿਸ ਦੀ ਮਿਸਾਲ ਮਿਲਣਾ ਮੁਸ਼ਕਿਲ ਹੈ। ਹੁਣ ਲਾਲਾ ਜੀ ਦੀ ਪ੍ਰਸਿੱਧੀ ਦਿਨੋਂ ਦਿਨ ਫੈਲ ਗਈ। ਹਜ਼ਾਰਾਂ ਸਵਾਲੀ ਲਾਲਾ ਜੀ ਕੋਲ ਆਉਣ ਲੱਗੇ। ਇੱਕ ਦਿਨ ਡੰਗਰ ਚਾਰਦੇ ਮੁੰਡੇ ਲਾਲਾ ਜੀ ਕੋਲ ਆਏ। ਲਾਲਾ ਜੀ ਆਖਣ ਲੱਗੇ, ਲਿਆਓ ਭਾਈ, ਸਾਨੂੰ ਵੀ ਦੁੱਧ ਛਕਾ ਦਿਓ। ਤਾਂ ਬਾਗੀ ਮੁੰਡਿਆਂ ਨੇ ਦੁੱਧ ਦੇਣ ਵਾਲੇ ਪਸ਼ੂ ਪਿੱਛੇ ਕਰ ਲਏ ਤੇ ਇੱਕ ਔਸਰ ਝੋਟੀ ਮੋਹਰੇ ਕਰ ਦਿੱਤੀ। ਲਾਲਾ ਜੀ ਨੇ ਗੜਵਾ ਦੇ ਕੇ ਥਾਪੀ ਮਾਰ ਕੇ ਦੁੱਧ ਚੋਣ ਦਾ ਹੁਕਮ ਕੀਤਾ। ਗੜਵਾ ਦੁੱਧ ਨਾਲ ਭਰ ਗਿਆ। ਇਹ ਕੌਤਕ ਦੇਖ ਕੇ ਸਭ ਹੈਰਾਨ ਰਹਿ ਗਏ। ਇਸ ਤਰ੍ਹਾਂ ਦੇ ਹਜ਼ਾਰਾਂ ਕੌਤਕ ਹੀ ਲਾਲਾ ਜੀ ਨਿਤ ਕਰਦੇ ਰਹਿੰਦੇ ਸਨ ਤੇ ਲਾਲਾ ਬਲੀ ਜੀ ਦੇ ਨਾਮ ਨਾਲ ਮਸ਼ਹੂਰ ਹੋ ਗਏ। ਲਾਲਾ ਜੀ ਦਾ ਸਥਾਨ ਝੰਡੀ ਵਾਲੀ ਸਰਕਾਰ ਜੀ ਦੇ ਨਾਲ ਹੀ ਬਣਿਆ ਹੋਇਆ ਹੈ ਤੇ ਉਹਨਾਂ ਦਾ ਸਥਾਨ ਪਿੰਡ ਵਿੱਚ ਵੀ ਬਣਿਆ ਹੋਇਆ ਹੈ। ਪਰ ਇਹਨਾਂ ਦਾ ਮੇਨ ਸਥਾਨ ਪਿੰਡ ਝਿੰਗੜਾ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਣਿਆ ਹੋਇਆ ਹੈ, ਜਿੱਥੇ ਹਜ਼ਾਰਾਂ ਹੀ ਸੰਗਤਾਂ ਹਾਜ਼ਰੀ ਭਰਦੀਆਂ ਹਨ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਹਜ਼ਾਰਾਂ ਹੀ ਐਸੇ ਰੋਗੀ ਉੱਥੇ ਜਾ ਕੇ ਠੀਕ ਹੁੰਦੇ ਹਨ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ। ਲਾਲਾ ਜੀ ਨੇ ਸਾਈਂ ਝੰਡੀ ਵਾਲਿਆਂ ਦੀ ਬਹੁਤ ਸੇਵਾ ਕੀਤੀ। ਝੰਡੀ ਵਾਲੀ ਸਰਕਾਰ ਦੀ ਸੇਵਾ ਵਿੱਚ ਲਾਲਾ ਜੀ ਨੇ ਬਹੁਤ ਸਾਰਾ ਸਮਾਂ ਬਿਤਾਇਆ। ਲਾਲਾ ਜੀ ਤੋਂ ਬਾਅਦ ਸਾਈਂ ਬਾਲੂ ਦਾਸ ਜੀ ਨੇ ਵੀ ਝੰਡੀ ਵਾਲੀ ਸਰਕਾਰ ਦੀ ਸੇਵਾ ਕੀਤੀ। ਇਸ ਵੇਲੇ ਸਾਈਂ ਸੋਮੇ ਸ਼ਾਹ ਜੀ ਝੰਡੀ ਵਾਲੀ ਸਰਕਾਰ ਜੀ ਦੀ ਸੇਵਾ ਕਰ ਰਹੇ ਹਨ। ਬਹੁਤ ਹੀ ਨਿਮਰਤਾ ਵਾਲੇ ਸ਼ਖਸੀਅਤ ਹਨ ਸੋਮੇ ਸ਼ਾਹ ਜੀ। ਆਪ ਹੱਥੀਂ ਸੇਵਾ ਕਰਦੇ ਹਨ ਅਤੇ ਆਪਣਾ ਜੀਵਨ ਸਫਲਾ ਕਰ ਰਹੇ ਹਨ। ਬਹੁਤ ਸਾਰੀਆਂ ਸੰਗਤਾਂ ਉਹਨਾਂ ਦੇ ਕੋਲ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ। ਸੋ ਐਸੇ ਮਹਾਂਪੁਰਸ਼ਾਂ ਦੀ ਸੇਵਾ ਕਰਨ ਦਾ ਲਾਭ
ਹਮੇਸ਼ਾ ਹੀ ਮਿਲਦਾ ਹੈ। ਰਾਜਾ ਬਲੀ ਕਰੋ ਭਲੀ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।